महा कार्टून टीवी। होली ते कलेश भाग 3। कुसुम अपने घर वाले समीर दे नाल ग्रेटर कैलाश कलोनी च रहिंदी सी। दोनां दे विआह नूं 2 साल हो गए सी ते ओह दोवें एक दूजे नाल बहुत खुश सी। होली आने वाली है ते हुण तक अद्धा काम भी नहीं होया करदा। पता नहीं मैं कदों तक सारा काम कर पावांगी। कुसुम सफाइयां कर ही रही हुंदी है ते एकदम ओहदा पैर तिलक जांदा है ते ओह हेठां डिग जांदी है। समीर समीर आ आ आ आ कुसुम दी आवाज़ सुन के समीर कमरे चों भजदा होया आउंदा है। ਇਹ ਕੀ ਹੋਇਆ? ਤੂੰ ਠੀਕ ਤਾਂ ਹੈ ਨਾ ਕੁਸੁਮ? नहीं शायद मेरे पैर च फ्रैक्चर आया है। ਇਹ ਗੱਲ ਜਾਣ ਕੇ ਸਮੀਰ ਕੁਸੁਮ ਨੂੰ ਉਦੋਂ ਹੀ ਹਸਪੀਟਲ ਲਿਜਾ ਕੇ ਉਹਦਾ ਟ੍ਰੀਟਮੈਂਟ ਕਰਵਾ ਕੇ ਉਹਨੂੰ ਵਾਪਸ ਲੈ ਆਉਂਦਾ ਹੈ। थोड़े ही दिनां च होली आने वाली है ते हुण घर दा सारा काम ते बाकी तैयारियां कौन करूगा? ਕੁਸੁਮ ਜੇ ਅਸੀਂ ਇਸ ਵਾਰ ਸਾਦਗੀ ਨਾਲ ਹੋਲੀ ਮਨਾ ਲਵਾਂਗੇ ਤਾਂ ਕੀ ਹੋ ਜਾਊਗਾ? ਤੂੰ ਆਪਦੀ ਹਾਲਤ ਤਾਂ ਦੇਖ, ਤੂੰ ਕੰਮ ਕਰਨ ਦੀ ਹਾਲਤ ਵਿੱਚ ਹੈ ਵੀ ਤੇ ਮਹਿਮਾਨਾਂ ਦਾ ਖਿਆਲ ਕੌਣ ਰੱਖੂਗਾ ਅਤੇ ਘਰ ਦਾ ਸਾਰਾ ਕੰਮ? ਤੂੰ ਬਹੁਤ ਜ਼ਿਆਦਾ ਸੋਚ ਰਹੀ ਹੈ। ਮੈਂ ਸਭ ਕੁਝ ਸੰਭਾਲ ਲਵਾਂਗਾ, ਤੂੰ ਪਰੇਸ਼ਾਨ ਨਾ ਹੋ। ਤੁਹਾਡੇ ਤੋਂ ਆਪਣਾ ਤੌਲੀਆ ਤਾਂ ਲੱਭਿਆ ਨਹੀਂ ਜਾਂਦਾ ਤੇ ਤੁਸੀਂ ਸਾਰਾ ਕੁਝ ਵੇਖੋਗੇ। ਸਮੀਰ ਮੇਰੀ ਬੇਇੱਜ਼ਤੀ ਕਰਨ ਦਾ ਇੱਕ ਵੀ ਮੌਕਾ ਨਹੀਂ ਛੱਡਦੀ ਤੂੰ। ਅੱਛਾ ਸੁਣੋ, ਮੈਂ ਇੱਕ ਕੰਮ ਕਰਦੀ ਹਾਂ, ਚੇਤਨਾ ਨੂੰ ਇੱਥੇ ਬੁਲਾ ਲੈਣੀ ਆ। ਤੈਨੂੰ ਜਿਵੇਂ ਸਹੀ ਲੱਗੇ, ਪਰ ਧਿਆਨ ਰੱਖੀ ਉਹਦੇ ਕਾਲਜ ਦੀ ਪੜ੍ਹਾਈ ਨਾ ਡਿਸਟਰਬ ਹੋਵੇ। ਉਹ ਮੈਂ ਵੇਖ ਲਾਂਗੀ। ਚੇਤਨਾ ਕੁਸੁਮ ਦੀ ਛੋਟੀ ਭੈਣ ਸੀ ਜੋ ਹਾਲੇ ਕਾਲਜ ਦੇ ਸੈਕੰਡ ਈਅਰ ਦੇ ਵਿੱਚ ਪੜ੍ਹ ਰਹੀ ਸੀ। ਅਗਲੇ ਹੀ ਦਿਨ ਕੁਸੁਮ ਨੇ ਚੇਤਨਾ ਨੂੰ ਆਪਣੇ ਘਰ ਬੁਲਾ ਲਿਆ। ਉਹ ਦੀਦੀ ਕੀ ਹੋਇਆ? ਯਾਰ ਤੁਹਾਡੀ ਆਦਤ ਨਹੀਂ ਗਈ ਨਾ, ਜਿੱਥੇ ਕਿਤੇ ਡਿੱਗਦੇ ਰਹਿੰਦੇ ਹੋ। ਹਾਂ ਨਹੀਂ ਤੇ ਥੋੜਾ ਤਾਂ ਆਪਣਾ ਧਿਆਨ ਰੱਖਿਆ ਕਰੋ। ਇੰਨਾ ਕੰਮ ਕਰਕੇ ਜਾਓਗੇ ਕਿੱਥੇ? ਇੱਥੇ ਤੈਨੂੰ ਮੇਰਾ ਹੱਥ ਵਟਾਉਣ ਲਈ ਬੁਲਾਇਆ ਹੈ, ਨਾ ਕਿ ਮੇਰੀ ਮਾਂ ਬਣਨ ਲਈ, ਕਮਲੀ। ਤੇ ਉਦੋਂ ਹੀ ਉੱਥੇ ਸਮੀਰ ਵੀ ਆ ਗਿਆ। ਓਏ ਚੇਤਨਾ, ਤੂੰ ਆ ਗਈ? ਹੁਣ ਜੀਜੂ ਨੇ ਬੁਲਾਇਆ ਹੋਏ ਤਾਂ ਅਸੀਂ ਆਈਏ ਨਾ। ਐਵੇਂ ਹੋ ਸਕਦਾ ਹੈ ਕਿ? ਹਾਂ ਤੂੰ ਮੇਰੇ ਨਾਲ ਕਿੱਥੇ, ਆਪਣੇ ਜੀਜਾ ਜੀ ਨਾਲ ਹੀ ਮਿਲਣ ਲਈ ਆਨੀ ਹੈ। ਓਹੋ ਦੀਦੀ, ਹੁਣ ਤੁਸੀਂ ਤੇ ਬੇਗਾਨੇ ਹੋ ਨਾ, ਜੀਜੂ ਤੇ ਆਪਣੇ ਨੇ। ਕਿਉਂ ਹੈ ਨਾ ਜੀਜਾ ਜੀ? ਬਿਲਕੁਲ ਸਹੀ ਸਾਲੀ ਜੀ। ਬਸ ਮੈਨੂੰ ਛੇੜਨਾ ਬੰਦ ਕਰ ਦੋ। ਚੇਤਨਾ ਦੇ ਆਉਂਦੇ ਹੀ ਘਰ 'ਚ ਰੌਣਕ ਆ ਗਈ। ਉਹਨੇ ਸਾਰੇ ਘਰ ਦਾ ਕੰਮ ਇਕੱਲੇ ਹੀ ਸੰਭਾਲ ਲਿਆ। ਨਾਲ ਹੀ ਉਹ ਆਪਦੀ ਭੈਣ ਦਾ ਵੀ ਚੰਗੀ ਤਰ੍ਹਾਂ ਧਿਆਨ ਰੱਖ ਰਹੀ ਸੀ। ਓਏ ਜੀਜੂ, ਤੁਸੀਂ? ਤੂੰ ਕੰਮ ਕਰ ਰਹੀ ਸੀ ਤਾਂ ਮੈਂ ਸੋਚਿਆ ਤੇਰੀ ਥੋੜੀ ਮਦਦ ਕਰ ਦਵਾਂ। ਨਹੀਂ, ਕੰਮ ਤਾਂ ਸਾਰਾ ਕਰ ਹੀ ਲਿਆ ਤਕਰੀਬਨ। ਮੈਂ ਹੁਣ ਬਸ ਸੌਣ ਹੀ ਜਾ ਰਹੀ ਸੀ। ਅੱਛਾ ਚੇਤਨਾ, ਇੱਕ ਗੱਲ ਪੁੱਛਾਂ? ਓਹੋ, ਇਹ ਵੀ ਕੋਈ ਪੁੱਛਣ ਵਾਲੀ ਗੱਲ ਹੈ? ਬੋਲੋ। ਤੇਰਾ ਕੋਈ ਬॉयਫ੍ਰੈਂਡ ਹੈ ਕੀ? ਦੀਦੀ ਨੂੰ ਸ਼ਿਕਾਇਤ ਲਾਣੀ ਹੈ ਕੀ? ਉਹ ਨਹੀਂ, ਹੁਣ ਤਾਂ ਅਸੀਂ ਦੋਸਤ ਹਾਂ, ਤਾਂ ਸੋਚਿਆ ਪੁੱਛ ਲਵਾਂ। ਹੁਣੇ ਤੇ ਇਦਾਂ ਦਾ ਕੁਝ ਵੀ ਨਹੀਂ ਹੈ ਜੀਜਾ ਜੀ, ਜਦੋਂ ਹੋਏਗਾ ਤੁਹਾਨੂੰ ਦੱਸਾਂਗੇ ਜ਼ਰੂਰ। ਤਾਂ ਮੈਨੂੰ ਬਣਾ ਲੈ ਆਪਦਾ ਬॉयਫ੍ਰੈਂਡ। ਤੁਸੀਂ ਤੇ ਹੋ ਹੀ, ਇਹਦੇ ਚ ਪੁੱਛਣਾ ਕੀ? ਤਾਂ ਸੋਹਣਿਓ, ਸਾਨੂੰ ਗਲ ਹੀ ਲਾ ਲਓ। ਸਮੀਰ ਚੇਤਨਾ ਨੂੰ ਗਲੇ ਲਾ ਲੈਂਦਾ ਹੈ, ਪਰ ਇੱਕ ਦੂਜੇ ਦੇ ਇੰਨਾ ਨੇੜੇ ਹੋ ਕੇ ਦੋਵੇਂ ਇੱਕ ਦੂਜੇ ਨੂੰ ਰੋਕ ਨਹੀਂ ਪਾਉਂਦੇ ਅਤੇ ਚੇਤਨਾ ਦੀਦੀ ਬੁਲਾਉਂਦੇ ਪਏ ਨੇ। ਸਮੀਰ ਅਤੇ ਚੇਤਨਾ ਦੀ ਇੱਕ ਦੂਜੇ ਦੇ ਵੱਲ ਖਿੱਚ ਵੱਧ ਗਈ ਸੀ। ਉੱਥੇ ਹੀ ਕੁਸੁਮ ਨੂੰ ਇਸ ਗੱਲ ਬਾਰੇ ਨਹੀਂ ਪਤਾ ਸੀ। ਸਮੀਰ ਅਤੇ ਚੇਤਨਾ ਆਪਣੇ ਹੀ ਘਰ 'ਚ ਇੱਕ ਦੂਜੇ ਨੂੰ ਲੁਕ ਕੇ ਮਿਲਣ ਲੱਗੇ ਸੀ। ਥੋੜੇ ਹੀ ਦਿਨ 'ਚ ਹੋਲੀ ਵੀ ਆ ਗਈ ਸੀ। ਘਰ 'ਚ ਰਿਸ਼ਤੇਦਾਰਾਂ ਦਾ ਆਣਾ ਜਾਣਾ ਲੱਗ ਗਿਆ ਸੀ। ਬਹੁਤ ਰੌਣਕਾਂ ਲੱਗੀਆਂ ਹੋਈਆਂ ਸੀ। ਚੇਤਨਾ ਸਾਰਾ ਕੁਝ ਬਹੁਤ ਚੰਗੀ ਤਰ੍ਹਾਂ ਸੰਭਾਲ ਰਹੀ ਸੀ। ਉੱਥੇ ਹੀ ਸਮੀਰ ਦੇ ਕੁਝ ਆਫਿਸ ਦੇ ਦੋਸਤ ਵੀ ਆ ਗਏ। ਓਏ ਯਾਰ, ਇਹ ਕੁੜੀ ਕਿੰਨੀ ਹੌਟ ਹੈ। ਓਏ ਸੱਚੀ ਯਾਰ, ਓਏ ਸਮੀਰ ਕੌਣ ਹੈ? ਮੇਰੀ ਸਾਲੀ ਹੈ, ਮਤਲਬ ਕਿ ਅੱਧੀ ਘਰ ਵਾਲੀ ਹੈ ਹਨਾ? ਹੁਣ ਤਾਂ ਪੂਰੀ ਹੈ।
ਓਏ ਭਰਾ ਫੇਰ ਐਦਾਂ ਕਿਦਾਂ? ਬਸ ਸਮੀਰ ਦਾ ਜਾਦੂ ਵੀ ਕੁਝ ਇਸ ਤਰ੍ਹਾਂ ਦਾ ਏ, ਕੋਈ ਕੁੜੀ ਉਹਨੂੰ ਮਨਾ ਹੀ ਨਹੀਂ ਕਰ ਸਕਦੀ। ਹੈ ਸਾਡਾ ਵੀ ਕੁਝ ਕਰਵਾ ਦੇ ਯਾਰ। ਆਪਣੇ ਦੋਸਤਾਂ ਦੇ ਵੀ ਕੁਝ ਪਿਆਰ ਦੀਆਂ ਬੂੰਦਾਂ ਪਾ ਦੇ ਯਾਰ। ਓਏ ਤੁਸੀਂ ਪਾਗਲ ਹੋ ਗਏ ਹੋ? ਓਏ ਯਾਰ ਕੁਝ ਕਰਵਾ ਦੇ ਨਾ, ਉੱਦਾਂ ਵੀ ਹੋਲੀ ਦਾ ਮਾਹੌਲ ਹੈ, ਮਾੜਾ ਮੋਟਾ ਕਲੇਸ਼ ਤਾਂ ਬਣਦਾ ਹੀ ਹੈ। ਗੱਲ ਤਾਂ ਸਹੀ ਹੈ, ਉੱਦਾਂ ਵੀ ਮੇਰਾ ਕੀ ਹੈ, ਅੱਜ ਇਹ ਕੱਲ ਕੋਈ ਹੋਰ ਕੁੜੀਆਂ ਦੀ ਤਾਂ ਲਾਈਨ ਲੱਗੀ ਹੈ ਮੇਰੇ ਅੱਗੇ ਪਿੱਛੇ। ਓਏ ਹੌਲੀ ਬੋਲ, ਭਾਬੀ ਸੁਣ ਲਊਗੀ। ਤੁਹਾਡੀ ਭਾਬੀ ਮੇਰੇ ਬਸ ਵਿੱਚ ਏ, ਉਹ ਨਾ ਮੇਰੇ ਬਾਰੇ ਕੁਝ ਬੋਲ ਸਕਦੀ ਏ ਤੇ ਨਾ ਹੀ ਕੁਝ ਕਰ ਸਕਦੀ ਏ। ਸਮੀਰ, ਰੂਪਕ ਅਤੇ ਅਜੇ ਨੇ ਮਿਲ ਕੇ ਇੱਕ ਅਸ਼ਲੀਲ ਪਲਾਨ ਬਣਾਇਆ। ਪਲਾਨ ਦੇ ਮੁਤਾਬਕ ਸਮੀਰ ਚੇਤਨਾ ਨੂੰ ਸਟੋਰ ਰੂਮ 'ਚ ਲੈ ਗਿਆ ਅਤੇ ਉਹਦੇ ਨੇੜੇ ਜਾਣ ਲੱਗਿਆ ਤੇ ਉਦੋਂ ਹੀ ਉੱਥੇ ਹੱਥ 'ਚ ਕੈਮਰਾ ਲੈ ਕੇ ਸਮੀਰ ਦੇ ਦੋਸਤ ਵੀ ਆ ਗਏ। ਓਏ ਹੋਏ, ਸਾਨੂੰ ਵੀ ਤਾਂ ਮੌਕਾ ਦਿਵੋ ਚੇਤਨਾ ਜੀ, ਤੁਹਾਡੀ ਸੇਵਾ ਪਾਣੀ ਦਾ। ਚੇਤਨਾ ਇਹ ਸਭ ਕੁਝ ਦੇਖ ਕੇ ਬਹੁਤ ਹੈਰਾਨ ਹੋਈ, ਜਿਸ ਤੋਂ ਬਾਅਦ ਉਹਨੇ ਕਿਹਾ, ਜੀਜਾ ਜੀ ਇਹ ਸਭ ਕੀ ਹੈ? ਉਹੀ ਜੋ ਤੂੰ ਚਾਹੁੰਦੀ ਸੀ, ਮਜ਼ੇ। ਇਹ ਤੁਸੀਂ ਕਿਹੋ ਜੀ ਗੱਲਾਂ ਕਰਦੇ ਪਏ ਹੋ? ਮੈਂ ਤੁਹਾਨੂੰ ਕੀ ਸਮਝਿਆ ਔਰ ਤੁਸੀਂ ਕੀ ਨਿਕਲੇ? ਜ਼ਿਆਦਾ ਡਰਾਮੇ ਨਾ ਕਰ, ਜੇ ਤੂੰ ਰੋਕਿਆ ਤਾਂ ਤੇਰੀਆਂ ਸਾਰੀਆਂ ਗੱਲਾਂ ਤੇਰੀ ਭੈਣ ਨੂੰ ਦੱਸ ਦੂੰਗਾ। ਚੁੱਪਚਾਪ ਉਹੀ ਕਰ ਜੋ ਮੈਂ ਚਾਹੁੰਦਾ ਹਾਂ। ਚੇਤਨਾ ਨੂੰ ਹੁਣ ਕੁਝ ਵੀ ਸਮਝ ਨਹੀਂ ਆ ਰਿਹਾ ਸੀ। ਉੱਥੇ ਹੀ ਉਹਦੇ ਤੇ ਸਾਰੇ ਹਾਵੀ ਹੋਣ ਲੱਗੇ। ਨਹੀਂ ਨਹੀਂ ਨਹੀਂ, ਐਵੇਂ ਨਾ ਕਰੋ, ਮੈਨੂੰ ਛੱਡ ਦੋ ਮੈਨੂੰ। ਮੈਂ ਕਹਿੰਦੀ ਹਾਂ ਮੈਨੂੰ ਜਾਣ ਦਿਓ। ਇੰਨੀ ਸੋਹਣੀ ਕੁੜੀ ਨੂੰ ਕੋਈ ਕਿਉਂ ਨਾ ਹੱਥ ਲਾਵੇ। ਜਦੋਂ ਦੀ ਤੇਰੀ ਬੋਰੀ ਭੈਣ ਦੇ ਨਾਲ ਵਿਆਹ ਹੋਇਆ ਹੈ ਨਾ, ਉਦੋਂ ਦੀ ਮੇਰੀ ਤੇਰੇ ਉੱਤੇ ਅੱਖ ਹੈ। ਉਹ ਤਾਂ ਬਸ ਮੈਨੂੰ ਹੀ ਪਤਾ ਹੈ ਕਿ ਮੈਂ ਕਿਵੇਂ ਉਹਦੇ ਨਾਲ 2 ਸਾਲਾਂ ਤੋਂ ਪਿਆਰ ਕਰਨ ਦਾ ਡਰਾਮਾ ਕੀਤਾ ਹੈ। ਨਹੀਂ ਪਲੀਜ਼ ਮੈਨੂੰ ਜਾਣ ਦਿਓ, ਪਲੀਜ਼। ਉੱਥੇ ਹੀ ਦੂਜੇ ਪਾਸੇ ਕੁਸਮ ਚੇਤਨਾ ਨੂੰ ਲੱਭਣ ਲੱਗੀ। ਚੇਤਨਾ ਚੇਤਨਾ ਚੇਤਨਾ, ਅਜੀਬ ਗੱਲ ਹੈ, ਐਵੇਂ ਤਾਂ ਚੇਤਨਾ ਕਦੀ ਨਹੀਂ ਕਰਦੀ, ਪਤਾ ਨਹੀਂ ਕਿੱਥੇ ਚਲੀ ਗਈ। ਕੁਸਮ ਨੇ ਚੇਤਨਾ ਨੂੰ ਸਾਰੀ ਜਗ੍ਹਾ ਲੱਭ ਲਿਆ, ਪਰ ਉਹ ਉਹਨੂੰ ਕਿਤੇ ਵੀ ਨਹੀਂ ਮਿਲੀ ਤੇ ਉਦੋਂ ਹੀ ਉਹਨੂੰ ਕੁਝ ਆਵਾਜ਼ਾਂ ਸੁਣਾਈ ਦਿੱਤੀਆਂ। ਨਹੀਂ ਨਹੀਂ, ਮੈਨੂੰ ਜਾਣ ਦਿਓ, ਮੇਰੇ ਨਾਲ ਐਵੇਂ ਨਾ ਕਰੋ ਜੀਜਾ ਜੀ, ਪਲੀਜ਼ ਪਲੀਜ਼। ਇਹ ਆਵਾਜ਼ਾਂ ਤਾਂ ਸਟੋਰ ਰੂਮ 'ਚੋਂ ਆ ਰਹੀਆਂ ਨੇ। ਆਵਾਜ਼ ਸੁਣ ਕੇ ਕੁਸਮ ਸਟੋਰ ਵੱਲ ਗਈ। ਜਦੋਂ ਉਹਨੇ ਸਟੋਰ ਰੂਮ 'ਚ ਵੇਖਿਆ ਤਾਂ ਉਹਦੀਆਂ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਰਹਿ ਗਈਆਂ। ਕੁਸਮ ਨੂੰ ਛੇਤੀ ਹੀ ਸਭ ਕੁਝ ਸਮਝ ਆ ਗਿਆ ਅਤੇ ਗੁੱਸੇ ਵਿੱਚ ਉਹ ਬਹੁਤ ਹੀ ਜ਼ਿਆਦਾ ਅੱਗ ਬਬੂਲਾ ਹੋ ਗਈ ਅਤੇ ਜਿਵੇਂ ਹੀ ਉਹ ਅੰਦਰ ਗਈ। ਸਮੀਰ, ਇਹ ਤੁਸੀਂ ਕੀ ਕਰਦੇ ਪਏ ਹੋ? ਇਹ ਤੁਹਾਡੀ ਛੋਟੀ ਭੈਣ ਵਾਂਗੂ ਹੈ। ਤੁਹਾਨੂੰ ਏਦਾਂ ਕਰਦੇ ਹੋਏ ਮਾੜੀ ਵੀ ਸ਼ਰਮ ਨਹੀਂ ਆਈ? ਬੇਬੀ ਇਹ ਤਾਂ ਕੁਝ ਵੀ ਨਹੀਂ। ਹਾਂ ਕੁਝ ਵੀ ਨਹੀਂ, ਅਸੀਂ ਤਾਂ ਬਸ ਮਜ਼ਾਕ ਕਰ ਰਹੇ ਸੀ। ਹਾਂ ਸੀਰੀਅਸਲੀ ਸਮੀਰ, ਇਹ ਤੁਹਾਡਾ ਐਕਸਕਿਊਜ਼ ਹੈ। ਸ਼ੇਮ ਔਨ ਯੂ ਸਮੀਰ। ਚੱਲ ਬਸ ਕਰ, ਬਹੁਤ ਹੋ ਗਿਆ ਤੇਰਾ। ਇਦਾਂ ਦਾ ਕੀ ਕਰ ਦਿੱਤਾ ਮੈਂ ਤਾਂ ਬਸ ਉਹੀ ਕੀਤਾ ਜੋ ਤੇਰੀ ਭੈਣ ਚਾਹੁੰਦੀ ਸੀ। ਦੀਦੀ ਆਮ ਸੌਰੀ, ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ। ਮੈਨੂੰ ਪਤਾ ਨਹੀਂ ਸੀ ਕਿ ਮੇਰੀ ਇੱਕ ਗਲਤੀ ਮੈਨੂੰ ਇੱਥੇ ਤੱਕ ਲੈ ਆਏਗੀ। ਅੱਜ ਤੂੰ ਆਪਣਾ ਅਸਲੀ ਰੂਪ ਵਿਖਾ ਹੀ ਦਿੱਤਾ, ਜਿਹੜਾ ਮੈਂ ਹੁਣ ਤੱਕ ਪੂਰੀ ਦੁਨੀਆ ਤੋਂ ਲੁਕਾ ਰਹੀ ਸੀ। ਸਮੀਰ, ਤੁਹਾਨੂੰ ਕੀ ਲੱਗਾ ਮੈਨੂੰ ਕੁਝ ਨਹੀਂ ਪਤਾ? ਆਫਿਸ ਦੇ ਸਾਰੇ ਅਫੇਅਰ ਬਾਰੇ ਮੈਨੂੰ ਪਤਾ ਹੈ। ਇੱਥੇ ਤੱਕ ਕਿ ਜਿਹੜੀ ਰਾਤ ਤੁਸੀਂ ਤੇ ਚੇਤਨਾ ਕਿਚਨ 'ਚ ਕਿਸ ਕਰ ਰਹੇ ਸੀ, ਉਹ ਵੀ ਮੈਂ ਵੇਖ ਲਿਆ ਸੀ। ਹੁਣ ਬਹੁਤ ਹੋ ਗਿਆ, ਇਹਦੀ ਸਜ਼ਾ ਤੁਹਾਨੂੰ ਮਿਲ ਕੇ ਰਹੂਗੀ। ਜਾ ਜੋ ਕਰ ਸਕਦੀ ਹੈ ਕਰ ਲਾ, ਵੈਸੇ ਵੀ ਤੇਰੀ ਕੋਈ ਨਹੀਂ ਸੁਣਦਾ। ਸਮੀਰ ਉੱਥੋਂ ਐਦਾਂ ਚਲਾ ਗਿਆ ਜਿੱਦਾਂ ਉਹਨੇ ਕੁਝ ਕੀਤਾ ਹੀ ਨਾ ਹੋਵੇ। ਉੱਥੇ ਹੀ ਦੂਜੇ ਪਾਸੇ
ਚੇਤਨਾ ਨੂੰ ਆਪਦੀ ਗਲਤੀ ਦਾ ਅਹਿਸਾਸ ਹੋਇਆ ਅਤੇ ਉਹਨੇ ਆਪਦੀ ਭੈਣ ਦਾ ਸਾਥ ਦੇਣ ਦੇ ਲਈ ਹਾਂ ਕਹਿ ਦਿੱਤਾ, ਜਿਸ ਤੋਂ ਬਾਅਦ ਦੋਨਾਂ ਨੇ ਪੁਲਿਸ ਨੂੰ ਇਨਫੋਰਮ ਕੀਤਾ। ਮਿਸਟਰ ਸਮੀਰ, ਤੁਹਾਨੂੰ ਇੱਕ ਕੁੜੀ ਨਾਲ ਜ਼ਬਰਦਸਤੀ ਅਟੈਂਪਟ ਟੂ ਰੇਪ, ਦੋਸਤਾਂ ਦੇ ਨਾਲ ਗੈਂਗ ਰੇਪ ਕਰਨ ਦੇ ਲਈ ਉਕਸਾਣਾ ਅਤੇ ਆਪਣੀ ਅਸ਼ਲੀਲ ਹਰਕਤਾਂ ਨੂੰ ਕੈਮਰੇ 'ਚ ਰਿਕਾਰਡ ਕਰਨ ਦੇ ਕੇਸ 'ਚ ਗ੍ਰਿਫਤਾਰ ਕੀਤਾ ਜਾਂਦਾ ਹੈ। ਜਿਹੜੇ ਮਜ਼ੇ ਲਈ ਉਹਨਾਂ ਨੇ ਕੈਮਰੇ ਦਾ ਯੂਜ਼ ਕੀਤਾ ਸੀ, ਅੱਜ ਉਹੀ ਉਹਨਾਂ ਦੀ ਖਰਾਬ ਕਿਸਮਤ ਦਾ ਸਬੂਤ ਬਣ ਗਿਆ ਸੀ। ਸਮੀਰ ਅਤੇ ਉਹਦੇ ਦੋਸਤਾਂ ਨੂੰ ਐਦਾਂ ਦਾ ਗੰਦਾ ਜੁਰਮ ਕਰਨ ਦੇ ਲਈ ਗ੍ਰਿਫਤਾਰ ਕਰ ਲਿਆ ਗਿਆ। ਤੁਹਾਡੇ ਵਰਗੇ ਜੁਰਮ ਕਰਨ ਵਾਲਿਆਂ ਦੀ ਇਹੀ ਸਹੀ ਜਗ੍ਹਾ ਹੈ। ਹੁਣ ਜ਼ਿੰਦਗੀ ਪਰ ਇੱਥੇ ਹੀ ਸੜਿਓ ਅਤੇ ਜੇ ਫਿਰ ਵੀ ਮੇਰੀ ਜਾਂ ਮੇਰੀ ਭੈਣ ਵੱਲ ਗੰਦੀ ਨਜ਼ਰ ਮਾਰੀ ਤੇ ਯਾਦ ਰੱਖਿਓ, ਤੁਹਾਡੀ ਅੱਖਾਂ ਕੱਢ ਲਾਂਗੀ ਮੈਂ। ਉਸ ਦਿਨ ਕੁਸਮ ਨੇ ਆਪਦੇ ਨਾਲ ਹੋਈ ਹਰ ਤਰ੍ਹਾਂ ਦੀ ਨਾਇਨਸਾਫੀ ਦਾ ਬਦਲਾ ਲੈ ਲਿਆ, ਨਾਲ ਹੀ ਆਪਦੀ ਭੈਣ ਨੂੰ ਵੀ ਉਹਦੀਆਂ ਗਲਤੀਆਂ ਦਾ ਅਹਿਸਾਸ ਕਰਵਾਇਆ। ਇੱਕ ਔਰਤ ਕੁਝ ਵੀ ਕਰ ਸਕਦੀ ਹੈ, ਬਸ ਉਹਦੇ ਨਾਲ ਹੋ ਰਹੀ ਹਰ ਨਾਇਨਸਾਫੀ ਨਜ਼ਰ ਅੰਦਾਜ਼ ਨਾ ਕਰਕੇ ਬਲਕਿ ਨਜ਼ਰ 'ਚ ਰੱਖ ਕੇ ਆਪਣੇ ਲਈ ਕਦਮ ਚੱਕਣਾ ਚਾਹੀਦਾ ਹੈ, ਤਾਂ ਕਿ ਸਮਾਜ ਦੀ ਹਰ ਔਰਤ ਨੂੰ ਹੌਸਲਾ ਮਿਲੇ, ਜਿਹੜੀ ਚੁੱਪ ਰਹਿ ਕੇ ਤੇ ਕੁੱਟ-ਕੁੱਟ ਕੇ ਸਭ ਕੁਝ ਸਹਿੰਦੀ ਹੈ ਅਤੇ ਇਹ ਸੋਚਦੀ ਹੈ ਕਿ ਲੋਕੀ ਕੀ ਕਹਿਣਗੇ। ਹੁਣ ਫੈਸਲਾ ਤੁਹਾਡੇ ਹੱਥ ਵਿੱਚ ਹੈ। ਜੇ ਤੁਹਾਨੂੰ ਇਹ ਵੀਡੀਓ ਪਸੰਦ ਆਇਆ ਹੋਵੇ ਤਾਂ ਲਾਈਕ, ਸ਼ੇਅਰ, ਕਮੈਂਟ ਜ਼ਰੂਰ ਕਰਿਓ ਤੇ ਸਭ ਤੋਂ ਪਹਿਲਾਂ ਸਾਡੇ ਵੀਡੀਓਜ਼ ਦੇਖਣ ਲਈ ਚੈਨਲ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲਿਓ।